ਹੈਲੋ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ ਇੰਡੀਅਨ ਕੰਟਰੈਕਟ ਐਕਟ 1872 ਦੀ ਇੰਟਰੋਡਕਸ਼ਨ। ਇੰਡੀਅਨ ਕੰਟਰੈਕਟ ਐਕਟ 1872 ਅੰਗਰੇਜ਼ਾਂ ਦੇ ਸਮੇਂ ਦਾ ਬਣਾਇਆ ਹੋਇਆ ਕਾਨੂੰਨ ਹੈਗਾ ਏ, ਜਿਸ ਨੂੰ ਇੰਡੀਅਨ ਕੰਟਰੈਕਟ ਬਿੱਲ ਦੇ ਰੂਪ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਲੈਜਿਸਲੇਚਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ 25 ਅਪ੍ਰੈਲ 1872 ਦੇ ਵਿੱਚ ਗਵਰਨਰ ਜਨਰਲ ਆਫ ਇੰਡੀਆ ਦੇ ਵੱਲੋਂ ਇਸ ਬਿੱਲ ਨੂੰ ਅਸੈਂਟ ਮਿਲੀ। ਅਸੈਂਟ ਮਿਲਣ ਤੋਂ ਬਾਅਦ ਵਿੱਚ ਸਟੈਚੂਸ ਬੁੱਕ ਦੇ ਵਿੱਚ ਇਸ ਨੂੰ ਲਿਖਿਆ ਕਿਸ ਤਰੀਕੇ ਨਾਲ ਗਿਆ, ਦੀ ਇੰਡੀਅਨ ਕੰਟਰੈਕਟ ਐਕਟ 1872। ਉਸ ਤੋਂ ਬਾਅਦ ਵਿੱਚ 25 ਅਪ੍ਰੈਲ 1872 ਦੇ ਵਿੱਚ ਇਸ ਨੂੰ ਕਾਨੂੰਨ ਬਣਾਉਣ ਤੋਂ ਬਾਅਦ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਫਸਟ ਡੇ ਆਫ ਸੈਪਟੈਂਬਰ 1872 ਦੇ ਵਿੱਚ। ਸੋ ਇਟ ਇਜ਼ ਵੈਰੀ ਇੰਪੋਰਟੈਂਟ। It received the assent on 25th of April 1872, ਜਦਕਿ ਇਹ ਜੋ ਲਾਗੂ ਹੋਇਆ ਸੀ ਇਹ ਫਸਟ ਡੇ ਆਫ ਸੈਪਟੈਂਬਰ 1872 ਦੇ ਵਿੱਚ ਲਾਗੂ ਹੋਇਆ ਸੀ। ਅਗਰ ਅਸੀਂ ਗੱਲ ਕਰੀਏ ਇੰਗਲਿਸ਼ ਕਾਮਨ ਲਾਅ ਦੀ, ਤੇ ਇੰਗਲਿਸ਼ ਕਾਮਨ ਲਾਅ ਮੇਨ ਸੋਰਸ ਹੈਗਾ ਹੀ ਇੰਡੀਅਨ ਕੰਟਰੈਕਟ ਐਕਟ 1872 ਦਾ। ਕਹਿਣ ਦਾ ਮਤਲਬ ਇਹ ਆ ਕਿ ਇੰਡੀਅਨ ਕੰਟਰੈਕਟ ਐਕਟ 1872 ਦੇ ਵਿੱਚ ਜੋ ਜ਼ਿਆਦਾ ਪ੍ਰੋਵੀਜ਼ਨਸ ਹੈਗੀਆਂ ਸੀ ਉਹ ਸਾਰੀਆਂ ਪ੍ਰੋਵੀਜ਼ਨਸ ਨਾਰਮਲੀ ਇੰਗਲਿਸ਼ ਕਾਮਨ ਲਾਅ ਤੋਂ ਹੀ ਡਿਰਾਈਵ ਹੋਈਆਂ ਸੀ। ਅਗਰ ਇੰਡੀਅਨ ਕੰਟਰੈਕਟ ਐਕਟ 1872 ਦੀ ਡਰਾਫਟਿੰਗ ਦੇ ਬਾਰੇ ਗੱਲ ਕਰੀਏ ਤਾਂ ਇਟ ਵਾਸ ਡਰਾਫਟਡ ਬਾय ਸਰ ਜੇਮਸ ਫਿਟਜ਼ਜੇਮਸ ਸਟੀਫਨ, ਜੋ ਕਿ 3rd ਇੰਡੀਅਨ ਲਾਅ ਕਮਿਸ਼ਨ ਦੇ ਉਸ ਟਾਈਮ ਦੇ ਉੱਤੇ ਹੈੱਡ ਸਨ। ਤੇ ਇੰਡੀਆ ਦੀ ਇੰਡੀਪੈਂਡੈਂਸ ਤੋਂ ਬਾਅਦ ਵਿੱਚ ਵੀ ਇਹ ਐਕਟ ਇੰਡੀਆ ਦੇ ਵਿੱਚ ਕੰਟੀਨਿਊ ਰਿਹਾ ਐਸ ਲਾਅ by virtue of article 372 clause number 1 of the Indian Constitution। तो कहने का मतलब आ ਇਹ ਕਾਨੂੰਨ ਜੋ ਕਿ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਬਣਾਇਆ ਗਿਆ ਸੀ, ਇੰਡੀਆ ਦੀ ਆਜ਼ਾਦੀ ਤੋਂ ਬਾਅਦ ਵਿੱਚ ਵੀ ਇੰਡੀਅਨ ਕਨਸਟੀਟਿਊਸ਼ਨ ਦੀ ਆਰਟੀਕਲ 372 ਕਲੌਜ਼ ਨੰਬਰ 1 ਦੀ ਪ੍ਰੋਵੀਜ਼ਨਸ ਦੇ ਨਾਲ ਇਹ ਇੰਡੀਆ ਦੇ ਵਿੱਚ ਕੰਟੀਨਿਊ ਰਹਿ ਰਿਹਾ ਹੈ ਐਸ ਲਾਅ। ਅਗਰ ਇਸ ਐਕਟ ਦੀ ਐਪਲੀਕੇਬਿਲਿਟੀ ਦੀ ਗੱਲ ਕਰੀਏ तो इंडियन कंट्रैक्ट एक्ट 1872 पूरे इंडिया ਦੇ ਵਿੱਚ ਐਪਲੀਕੇਬਲ ਹੋ ਰਿਹਾ ਹੈ, ਇਨਕਲੂਡਿੰਗ ਦ ਸਟੇਟ ਆਫ ਜੰਮੂ ਐਂਡ ਕਸ਼ਮੀਰ। ਪਰ ਪਹਿਲਾਂ ਇਹ ਐਕਟ ਪੂਰੇ ਇੰਡੀਆ ਦੇ ਵਿੱਚ ਤਾਂ ਐਪਲੀਕੇਬਲ ਹੁੰਦਾ ਸੀ, ਪਰ ਸਟੇਟ ਆਫ ਜੰਮੂ ਐਂਡ ਕਸ਼ਮੀਰ ਦੇ ਵਿੱਚ ਐਪਲੀਕੇਬਲ ਨਹੀਂ ਸੀ ਹੁੰਦਾ। ਪਰ ਜੰਮੂ ਐਂਡ ਕਸ਼ਮੀਰੀ ਆਰਗੇਨਾਈਜੇਸ਼ਨ ਐਕਟ 2019 ਦੇ ਪਾਸ ਹੋਣ ਤੋਂ ਬਾਅਦ ਵਿੱਚ 31 ਅਕਤੂਬਰ 2019 ਤੋਂ ਇੰਡੀਅਨ ਕੰਟਰੈਕਟ ਐਕਟ 1872 ਜੰਮੂ ਐਂਡ ਕਸ਼ਮੀਰ ਦੀ ਸਟੇਟ ਦੇ ਵਿੱਚ ਵੀ ਐਪਲੀਕੇਬਲ ਹੋਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਇਹ ਆ ਕਿ ਅੱਜ ਦੀ ਗੱਲ ਅਗਰ ਆਪਾਂ ਕਰੀਏ, ਅੱਜ ਦੀ ਡੇਟ ਦੇ ਵਿੱਚ ਇਹ ਜੋ ਐਕਟ ਹੈਗਾ ਇਹ ਪੂਰੇ ਇੰਡੀਆ ਦੇ ਵਿੱਚ ਐਪਲੀਕੇਬਲ ਹੋ ਰਿਹਾ ਹੈ, ਇਨਕਲੂਡਿੰਗ ਦ ਸਟੇਟ ਆਫ ਜੰਮੂ ਐਂਡ ਕਸ਼ਮੀਰ। ਠੀਕ ਹੈ ਜੀ। ਤਾਂ ਇਸ ਐਕਟ ਦੇ ਵਿੱਚ ਬੇਸਿਕਲੀ ਹੈ ਕੀ ਹੈ? ਇਸ ਐਕਟ ਦੇ ਵਿੱਚ ਬੇਸਿਕਲੀ ਉਹ ਸਾਰੇ ਜਨਰਲ ਪ੍ਰਿੰਸੀਪਲਸ ਹੈਗੇ ਨੇ ਜੋ ਕਿ ਕਿਸੇ ਵੀ ਤਰ੍ਹਾਂ ਦੇ ਕੰਟਰੈਕਟ ਨੂੰ ਗਵਰਨ ਕਰਨ ਦੇ ਲਈ ਜ਼ਰੂਰੀ ਨੇ। ਆਈ ਵਾਂਟ ਟੂ ਰਿਪੀਟ, ਇਸ ਐਕਟ ਦੇ ਵਿੱਚ ਉਹ ਸਾਰੇ ਜਨਰਲ ਪ੍ਰਿੰਸੀਪਲਸ ਹੈਗੇ ਨੇ ਜੋ ਕਿ ਲਾਅ ਆਫ ਕੰਟਰੈਕਟ ਦੇ ਨਾਲ ਰਿਲੇਟਡ ਹੈਗੇ ਨੇ, ਜਿਹੜੇ ਵੀ ਕਿਸੇ ਵੀ ਤਰ੍ਹਾਂ ਦੇ ਕੰਟਰੈਕਟ ਨੂੰ ਗਵਰਨ ਕਰਨ ਦੇ ਲਈ ਜ਼ਰੂਰੀ ਹੈ। ਇਹਦੇ ਵਿੱਚ ਇਹ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਆਫਰ ਦਿੱਤਾ ਜਾਂਦਾ ਹੈ, ਕਿਸ ਤਰੀਕੇ ਨਾਲ ਐਕਸੈਪਟੈਂਸ ਦਿੱਤੀ ਜਾਂਦੀ, ਕਿਸ ਤਰੀਕੇ ਨਾਲ ਐਗਰੀਮੈਂਟ ਬਣਦਾ, ਕਿਸ ਤਰੀਕੇ ਨਾਲ ਇੱਕ ਐਗਰੀਮੈਂਟ ਇਨਫੋਰਸੇਬਲ ਹੋਊਗਾ, ਤੇ ਅਗਰ ਕੋਈ ਬੰਦਾ ਉਸ ਐਗਰੀਮੈਂਟ ਨੂੰ ਤੋੜਦਾ ਏ ਤੇ ਕੀ ਰੈਮੀਡੀਜ਼ ਇੱਕ ਦੂਜੇ ਦੇ ਖਿਲਾਫ ਦੋਨਾਂ ਦੇ ਕੋਲ ਅਵੇਲੇਬਲ ਨਹੀਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਐਕਟ ਸਬਸਟੈਂਟਿਵ ਇਨ ਨੇਚਰ ਹੈਗਾ ਏ, ਜਿਹਦੇ ਵਿੱਚ ਦੋਨਾਂ ਪਾਰਟੀਜ਼ ਦੇ ਰਾਈਟਸ ਦੀ ਤੇ ਲਾਇਬਿਲਿਟੀਜ਼ ਦੇ ਬਾਰੇ ਗੱਲ ਕੀਤੀ ਹੈ। ठीक है ना। तो इट इज़ सबसटेंटिव इन नेचर। तो लॉ दो कैटेगरीज के विच होंदा है, एक सबसटेंटिव लॉस ते दूसरे नंबर के उत्ते प्रोसीजरल लॉस। सबसटेंटिव लॉ वो लॉ होंदे ने जिहदे विच राइट एंड लाइबिलिटीज़ प्रिस्क्राइब होंदियां ने, जबकि प्रोसीजरल लॉ वो लॉ होंदे ने जिहदे विच उन्हां राइट एंड लाइबिलिटीज़ नूं कोर्ट्स दे विच इनफोर्स किया जाता है। तो बेसिकली अगर कॉन्ट्रैक्ट दे लॉ की गल करिए तो इंडियन कॉन्ट्रैक्ट एक्ट 1872 एक सबसटेंटिव लॉ हैगा है जो कि पार्टीज़ के राइट्स ते लाइबिलिटीज़ के बारे गल करती है। पर इन्हां राइट्स ते लाइबिलिटीज़ नूं इनफोर्स किद्दां करना है,
ਉਹ ਅਸੀਂ ਕੋਡ ਆਫ ਸਿਵਲ ਪ੍ਰੋਸੀਜਰ 1908 ਦੇ ਵਿੱਚ ਪੜਾਂਗੇ। ਠੀਕ ਹੈ ਜੀ। ਅਗਲੀ ਗੱਲ ਆਉਂਦੀ ਆ ਕਿ ਇਹ ਐਕਟ ਆਪਣੇ ਆਪ ਦੇ ਵਿੱਚ ਕੰਪਲੀਟ ਐਕਟ ਹੈਗਾ ਹੈ? ਆਨਸਰ ਹੈਗਾ ਨਹੀਂ। ਇਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਐਕਟ ਨਹੀਂ ਹੈਗਾ। ਹਰ ਤਰ੍ਹਾਂ ਦੇ ਇਹ ਸਪੈਸ਼ਲ ਟਾਈਪ ਆਫ ਕੰਟਰੈਕਟ ਨੂੰ ਖਤਮ ਨਹੀਂ ਕਰਦਾ। ਇਸ ਐਕਟ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਐਕਟ ਹੈਗੇ ਨੇ ਜੋ ਕਿ ਕੰਟਰੈਕਟਸ ਦੇ ਨਾਲ ਡੀਲ ਕਰਦੇ ਨੇ, ਤੇ ਉਹ ਐਕਟਸ ਬੇਸਿਕਲੀ ਕੀ ਹੈਗੇ ਨੇ, ਸਪੈਸ਼ਲ ਕੰਟਰੈਕਟ ਲਾਅ ਹੈਗੇ ਨੇ। ਜਿੱਦਾਂ ਨੈਗੋਸ਼ੀਏਬਲ ਬਿਲਸ, ਚੈਕਸ, ਪ੍ਰੋਮਿਸਰੀ ਨੋਟ, ਬਿਲ ਆਫ ਐਕਸਚੇਂਜ ਦੇ ਨਾਲ ਜੋ ਐਕਟ ਡੀਲ ਕਰਦਾ ਹੈ ਡੈਟ ਇਜ਼ ਨੈਗੋਸ਼ੀਏਬਲ ਇੰਸਟਰੂਮੈਂਟ। ਜੋ ਮੂਵੇਬਲ ਪ੍ਰਾਪਰਟੀ ਦੀ ਸੇਲ ਦੇ ਨਾਲ ਐਕਟ ਡੀਲ ਕਰਦਾ ਹੈ ਡੈਟ ਇਜ਼ ਕਾਲਡ ਸੇਲ ਆਫ ਗੁੱਡਸ ਐਕਟ। ਜੋ ਐਕਟ ਕੰਪਨੀ ਮੈਟਰਸ ਦੇ ਨਾਲ ਡੀਲ ਕਰਦਾ ਹੈ ਡੈਟ ਇਜ਼ ਕਾਲਡ ਕੰਪਨੀ ਐਕਟ। ਇਹ ਪਾਰਟਿਕੂਲਰ ਟਾਈਪ ਆਫ ਕੰਟਰੈਕਟ ਦੇ ਨਾਲ ਕੰਸਰਨਡ ਲਾਅ ਹੈਗੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਕੱਲ ਅਗਰ ਇਨ ਫਿਊਚਰ ਇੰਡੀਅਨ ਕੰਟਰੈਕਟ ਐਕਟ 1872 ਤੇ ਸਪੈਸ਼ਲ ਕੰਟਰੈਕਟ ਐਕਟ ਦੇ ਵਿੱਚ ਕੋਈ ਟਕਰਾਵ ਆਉਂਦਾ ਏ ਤਾਂ ਕਿਹਦੀ ਗੱਲ ਮੰਨੀ ਜਾਂਦੀ ਹੈ? ਬਾਈ ਨੈਚੁਰਲ ਸਪੈਸ਼ਲ ਟਾਈਪ ਆਫ ਕੰਟਰੈਕਟ ਦੀ ਗੱਲ ਮੰਨੀ ਜਾਊਗੀ ਇਨ ਕੰਪੈਰੀਜ਼ਨ ਟੂ ਇੰਡੀਅਨ ਕੰਟਰੈਕਟ ਐਕਟ 1872। ਪਰ ਅਗਰ ਇਹਨਾਂ ਸਪੈਸ਼ਲ ਟਾਈਪ ਆਫ ਕੰਟਰੈਕਟ ਦੇ ਵਿੱਚ ਕਿਸੇ ਪਾਰਟਿਕੂਲਰ ਪੁਆਇੰਟ ਦੇ ਉੱਤੇ ਲਾਅ ਨਹੀਂ ਹੈਗਾ, ਦੈਨ we will take the assistance, we will take the help from Indian Contract Act 1872। तो ये एक्ट एग्जॉस्टिव नहीं हैगा। बाकी एक्ट भी हैगे ने जो कि स्पैशल टाइप ऑफ कॉन्ट्रैक्ट ਨੂੰ ਗਵਰਨ ਕਰੋਗੇ। अगर ਇਹਨਾਂ ਵਿੱਚ ਕੋਈ ਟਕਰਾਵ ਹੁੰਦਾ ਹੈ ਸਪੈਸ਼ਲ ਟਾਈਪ ਆਫ ਕੌਂਟਰੈਕਟ ਦੀ ਗੱਲ ਮੰਨੀ ਜਾਣੀ ਹੈ। ਬਟ ਅਗਰ ਉਹਨਾਂ ਸਪੈਸ਼ਲ ਟਾਈਪ ਆਫ ਕੌਂਟਰੈਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਮਿਸ ਹੈਗੀ ਆ, then we will take the assistance from Indian Contract Act 1872। ਠੀਕ ਹੈ ਜੀ। ਅਗਲੀ ਗੱਲ ਇਹ ਆਉਂਦੀ ਹੈ ਕਿ ਇਹ ਜੋ ਐਕਟ ਹੈਗਾ ਏ, ਅਗਰ ਕੋਈ ਟ੍ਰੇਡ, ਕੋਈ ਕਸਟਮ, ਅਗਰ ਟ੍ਰੇਡ ਦਾ ਕੋਈ ਕਸਟਮ ਜਾਂ ਯੂਸੇਜਸ ਚੱਲਦੇ ਪਏ ਆ ਜਾਂ ਕਿਸੇ ਕੌਂਟਰੈਕਟ ਦੇ ਕੋਈ ਇਨਸੀਡੈਂਟਸ ਹੈਗੇ ਨੇ, ਅਗਰ ਉਹ ਇਨਸੀਡੈਂਟ, ਅਗਰ ਉਹ ਕਸਟਮ, ਅਗਰ ਉਹ ਯੂਸੇਜਸ ਇਸ ਐਕਟ ਦੀਆਂ ਪ੍ਰੋਵੀਜ਼ਨਸ ਦੇ ਇਨਕਨਸਿਸਟੈਂਟ ਨਹੀਂ ਹੈਗੇ ਤਾਂ ਇਹ ਐਕਟ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਸੋ ਦਿਸ ਇਜ਼ ਸਮਥਿੰਗ ਅਬਾਊਟ ਦੀ ਪ੍ਰੈਜ਼ੈਂਟ ਲੈਕਚਰ। ਹੋਪ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇ। ਅਗਰ ਮੇਰਾ ਲੈਕਚਰ ਤੁਹਾਨੂੰ ਪਸੰਦ ਆਇਆ then please subscribe my channel ਤਾਂ ਜੋ ਤੁਹਾਨੂੰ ਹਰ ਇੱਕ ਲੈਕਚਰ ਦੀ ਨੋਟੀਫਿਕੇਸ਼ਨ ਟਾਈਮਲੀ ਮਿਲਦੀ ਰਹੇ। ਥੈਂਕ ਯੂ ਵੈਰੀ ਮਚ।